ਨੂੰ ਕਰਵਾਇਆ ਜਦੋਂ ਰੇਡ ਕਰਨਾ? ਬਿਲਕੁਲ ਵੀ ਨਹੀਂ। ਮਹਿਲ ਕਲਾਂ ਦਾ ਇੱਕ ਵੀ ਮੁਲਾਜ਼ਮ ਸਾਡੇ ਵਿੱਚ ਨਹੀਂ ਸੀ ਹੈਗਾ। ਸਾਡੇ ਘਰ ਇੱਕ ਵੀ ਮੁਲਾਜ਼ਮ ਨਹੀਂ ਸੀ ਆਇਆ ਮਹਿਲ ਕਲਾਂ ਪੁਲਿਸ ਦਾ। ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ। SSP ਕੋਲ ਵੀ ਗਈਆਂ ਪਰ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਅਰਸ਼ਦੀਪ ਤੋਂ 2 ਪਿਸਟਲ ਫੜੇ ਗਏ, ਚਿੱਟਾ ਫੜਿਆ, ਕਿਉਂ ਨਹੀਂ ਉਹਨਾਂ ਨੇ ਕਾਨਫਰੰਸ ਕੀਤੀ ਹੈਗੀ? ਹਾਂਜੀ, ਮੈਂ SSP ਕੋਲ ਕਿਉਂ ਗਈ? ਕਿਉਂਕਿ ਮੈਂ ਉਹਨਾਂ ਦੀਆਂ ਫੇਸਬੁੱਕ ਤੇ ਆਮ ਮੈਂ ਨਿਊਜ਼ ਸੁਣਦੀ ਸੀ ਕਿ ਮੈਨੂੰ ਲੱਗਿਆ ਬਹੁਤ ਚੰਗੇ ਇਨਸਾਨ ਨੇ। ਇਹ ਤਾਂ ਇਨਸਾਨ ਅੱਜ ਤੁਹਾਡੇ ਵਰਦੀਆਂ ਪਾਈਆਂ ਵੀਆਂ ਨੇ, ਤੁਸੀਂ ਰੱਬ ਨਹੀਂ ਹੈਗੇ, ਤੁਸੀਂ ਇੰਨਾ ਧੱਕਾ ਕਿਉਂ ਕਰ ਰਹੇ ਹੋ ਆਜ਼ਮਾ ਨੇ? ਤੇ ਵਿੱਚ ਮੈਂ ਇੰਸਪੈਕਟਰ ਬਲਜੀਤ ਸਿੰਘ ਦਾ ਵੀ ਨਾਮ ਲਵਾਂ ਕਿ ਉਹਨਾਂ ਨੇ ਵੀ ਮੇਰੇ ਨਾਲ ਗਲਤ ਬਿਹੇਵ ਨਾਲ ਗੱਲ ਕੀਤੀ ਹੈ, ਜਦ ਕਿ ਮੇਰਾ ਕੋਈ ਰੋਲ ਨਹੀਂ ਸੀ। ਅਸੀਂ ਆਰਾਮ ਨਾਲ ਜ਼ਿੰਦਗੀ ਜੀ ਰਹੇ ਸੀ। ਮੈਂ ਨਹੀਂ ਜਾਣਦੀ ਸਵਰਗ ਕਿੱਥੇ ਆ, ਪਰ ਅੱਜ ਦੀ ਘੜੀ ਮੈਂ, ਮੇਰੀ ਬੇਟੀ, ਮੇਰੇ ਹਸਬੈਂਡ ਇੱਕ ਸਵਰਗ ਦੀ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਸੀ। ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਵਿਰੁੱਧ ਦਰਜ ਮੁਕੱਦਮੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ DGP ਪੰਜਾਬ ਨੂੰ ਹੁਕਮ ਜਾਰੀ ਕਰ ਮੁਕੱਦਮੇ ਦੀ ਤਫਤੀਸ਼ ਬਦਲਣ ਨੂੰ ਕਿਹਾ। ਪੁਲਿਸ ਲਾਈਨ ਸੰਗਰੂਰ 'ਚ ਸਾਡੇ ਪ੍ਰਤੀਨਿਧੀ ਨਾਲ ਗੱਲ ਕਰਦਿਆਂ ਅਰਸ਼ਦੀਪ ਸਿੰਘ ਬਿੱਟੂ ਦੀ ਪਤਨੀ ਸੁਖਪਾਲ ਕੌਰ ਅਤੇ ਮਹਿਲ ਕਲਾਂ ਇਲਾਕੇ ਦੇ ਪਤਵੰਤੇ ਸੱਜਣਾ ਨੇ ਦੱਸਿਆ ਕਿ ਮਿਤੀ 10/3/2020 ਨੂੰ ਬਰਨਾਲਾ ਜ਼ਿਲ੍ਹਾ CIA ਇੰਚਾਰਜ ਬਲਜੀਤ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਉਹਨਾਂ ਦੇ ਘਰ ਰੇਡ ਕੀਤੀ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗੇ। ਅੱਗੇ ਗੱਲ ਕਰਦਿਆਂ ਬੀਬੀ ਸੁਖਪਾਲ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਮੇਰੇ ਪਤੀ ਸਮੇਤ 5 ਵਿਅਕਤੀਆਂ ਤੇ ਥਾਣਾ ਮਹਿਲ ਕਲਾਂ ਵਿੱਚ ਮੁਕੱਦਮਾ ਨੰਬਰ 30 ਮਿਤੀ 10/3/2020 ਅੰਡਰ ਸੈਕਸ਼ਨ 307 IPC ਅਤੇ 25 ਆਰਮਜ਼ ਐਕਟ ਦਰਜ ਕੀਤਾ ਅਤੇ ਬਾਅਦ 'ਚ ਮੇਰੇ ਪਤੀ ਤੋਂ ਨਸ਼ੀਲਾ ਪਾਊਡਰ ਪਾ ਦਿੱਤਾ, ਜੋ ਕਿ ਸਰਾਸਰ ਝੂਠਾ ਹੈ। ਜੋ ਕਿ ਕੁਝ ਮਹੀਨੇ ਪਹਿਲਾਂ ਜੇਲ੍ਹ 'ਚੋਂ ਪਹਿਲਾਂ ਮਤਲਬ ਕਿ ਘਰ ਆਏ ਸੀ। ਉਸ ਤੋਂ ਬਾਅਦ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦਾ ਸੀ ਤੇ ਉਹਨਾਂ ਨੂੰ ਮਤਲਬ ਕਿ ਦੇਖ ਕੇ ਲੋਕਾਂ ਨੇ ਇਹ ਸੋਚਿਆ ਵੀ ਹਾਂ ਇਨਸਾਨ ਵਧੀਆ ਬਣ ਗਿਆ, ਮਤਲਬ ਕਿ ਪਿੱਛੇ ਹਟਣਾ ਚਾਹੁੰਦਾ ਦਲਦਲ ਤੋਂ, ਤਾਂ ਉਹਨਾਂ ਨੇ ਮਹਿਲ ਕਲਾਂ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ। ਮਤਲਬ ਕਿ ਘਰੋਂ ਸਰੋਪਾ ਪਾ ਕੇ ਸਰਬਸੰਮਤੀ ਨਾਲ ਨੂੰ ਲੈ ਕੇ ਗਏ। ਉਸ ਤੋਂ ਬਾਅਦ ਉਹ ਲੋਕਾਂ ਦੇ ਦੁੱਖ ਸੁੱਖ ਜਾਂਦਾ ਸੀ ਤੇ ਟਰੱਕ ਯੂਨੀਅਨ ਆਪਰੇਟਰਾਂ ਦੀਆਂ ਸਾਰੀਆਂ ਮਤਲਬ ਕਿ ਦੁੱਖ ਤਕਲੀਫਾਂ ਸੁਣਦਾ ਸੀ। ਉਸ ਤੋਂ ਬਾਅਦ ਇਹ ਕੰਮ ਦੇਖਦੇ ਹੋਇਆ ਉਹਨਾਂ ਨੂੰ ਬਰਨਾਲਾ ਯੂਨੀਅਨ ਵਾਲੇ ਲੋਕ ਘਰੇ ਆਏ ਟਰੱਕ ਆਪਰੇਟਰ, ਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇੱਥੇ ਕੰਮ ਵਧੀਆ ਕਰਦੇ ਹੋ, ਤੁਸੀਂ ਬਰਨਾਲੇ ਵੀ ਆਓ। ਤੇ ਹਲੇ ਮਤਲਬ ਕਿ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਕਿ ਘਰ ਦੇ ਵਿੱਚ ਹੀ ਸੀ ਕਿ ਅਚਾਨਕ ਹੀ ਮਤਲਬ ਕਿ ਬਰਨਾਲਾ ਪੁਲਿਸ ਘਰ ਆਈ ਤਾਂ ਉਹਨਾਂ ਨੇ ਸਾਡੇ ਘਰ ਆ ਕੇ ਭੰਨ ਤੋੜ ਕੀਤੀ ਤੇ ਪੁੱਛਿਆ ਕਿ ਅਰਸ਼ਦੀਪ ਸਿੰਘ ਕਿੱਥੇ ਆ। ਬਰਨਾਲਾ ਪੁਲਿਸ ਦੇ ਕਿਹੜੇ ਨਾਮ? ਮੈਂ ਮੇਨ ਇੱਕੋ ਹੀ ਇੰਸਪੈਕਟਰ ਬਲਜੀਤ ਸਿੰਘ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਬਾਈ ਫੇਸ, ਤੇ ਉਹ ਆਏ। ਉਹਨਾਂ ਨੇ ਮੈਨੂੰ ਪੁੱਛਿਆ ਕਿ ਅਰਸ਼ਦੀਪ ਸਿੰਘ ਕਿੱਥੇ ਆ, ਤੇ ਮੈਂ ਉਹਨਾਂ ਨੂੰ ਕਿਹਾ ਕਿ ਉਹ ਇਸ ਟਾਈਮ ਮਤਲਬ ਕਿ ਘਰ ਨਹੀਂ ਹੈਗੇ ਤੇ ਉਹ ਗਏ ਹੋਏ ਨੇ। ਉਹ ਕਹਿੰਦੇ ਬਰਨਾਲਾ ਯੂਨੀਅਨ ਦੇ ਵਿੱਚ ਜਾਂਦੇ ਸੀ। ਮੈਂ ਕਿਹਾ ਉਹ ਗਏ ਤਾਂ ਨਹੀਂ, ਕੋਈ ਉਹਨਾਂ ਨੂੰ ਤੁਹਾਡੇ ਕੋਲ ਕੋਈ ਸਬੂਤ ਨਹੀਂ ਵੀ ਕੁਛ ਨਹੀਂ ਹੈਗਾ, ਉਹ ਕਿਤੇ ਨਹੀਂ ਗਏ ਹੈਗੇ। ਆਏ ਸੀ ਸਾਡੇ ਘਰ ਆਪਰੇਟਰ ਪਰ ਉਹ ਉੱਥੇ ਨਹੀਂ ਪਹੁੰਚੇ। ਤਾਂ ਉਹਨਾਂ ਨੇ ਇਹ ਕਹਿ ਕੇ ਸਾਡੇ ਘਰ ਦੀਆਂ ਜਿੰਨੀਆਂ ਕੁਰਸੀਆਂ ਸੀ, ਮੋਟਰਸਾਈਕਲ, ਸਾਰੀਆਂ ਚੀਜ਼ਾਂ ਦੀ ਭੰਨ ਤੋੜ ਕੀਤੀ। ਹਾਂਜੀ, ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਅਰਸ਼ਦੀਪ ਸਿੰਘ ਨੂੰ ਪੇਸ਼ ਕਰੋ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਇਨਕੁਆਇਰੀ ਲਾਈ ਤੇ ਇਨਕੁਆਇਰੀ ਉਹਨਾਂ ਨੇ SSP ਨੇ ਮਾਰਕ ਕੀਤੀ ਰੁਪਿੰਦਰ ਭਾਰਤਵਾਜ ਜੀ ਕੋਲ, ਤੇ ਉਹ ਹਲੇ ਇਨਕੁਆਇਰੀ ਪੈਂਡਿੰਗ ਪਈ ਸੀ। ਤੇ ਉਸ ਤੋਂ ਬਾਅਦ ਸਾਡੇ ਮਹਿਲ ਕਲਾਂ ਦੀ ਪੁਲਿਸ ਨੇ 2-3 ਵਾਰ ਘਰ ਰੇਡ ਕੀਤੀ ਤੇ ਉਹਨਾਂ ਨੇ ਪੁੱਛਿਆ ਕਿ ਅਰਸ਼ਦੀਪ ਸਿੰਘ ਕਿੱਥੇ ਆ। ਤੇ ਇੱਕ ਦਿਨ ਆਪਣੇ ਮਹਿਲ ਕਲਾਂ DSP ਪ੍ਰਗਿਆ ਜਾਨ ਸੀ, ਉਹ ਕਿਸੇ ਪਹਿਲਾਂ ਦਫ਼ਤਰ ਉਹਨਾਂ ਦਾ ਮੰਡੀ ਦੇ ਵਿੱਚ ਸੀ, ਉਹਨਾਂ ਨੂੰ ਕਿਸੇ ਕਾਰਨ ਕਰਕੇ ਉਹ ਦਫ਼ਤਰ ਛੱਡਣਾ ਪਿਆ। ਉਹਨਾਂ ਨੇ ਕੀ ਕੀਤਾ, ਯੂਨੀਅਨ ਦੇ ਵਿੱਚ ਦਫ਼ਤਰ ਮਤਲਬ ਕਿ ਲੈਣ ਲੱਗੇ ਸੀ। ਤਾਂ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਵੀ ਜਿਹੜੀ ਯੂਨੀਅਨ ਆ ਇਹ ਕੋਈ ਮਤਲਬ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ, ਇਹਨਾਂ ਯੂਨੀਅਨ ਨਾਲ ਦੀ ਖਰੀਦੀ ਹੋਈ ਆ, ਵੀ ਇੱਥੇ ਤੁਸੀਂ ਨਹੀਂ ਬੈਠ ਸਕਦੇ। ਤੇ ਉਸ ਤੋਂ ਬਾਅਦ ਉਸ ਚੀਜ਼ ਨੂੰ ਲੈ ਕੇ ਸਾਡੇ ਘਰੇ ਪੁਲਿਸ ਨੇ ਰੇਡ ਕੀਤੀ। ਤੇ ਜਦੋਂ ਮੇਰੇ ਹਸਬੈਂਡ ਘਰ ਆਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਐਵੇਂ ਕਰਕੇ ਵੀ ਆਪਣੇ ਘਰੇ ਪੁਲਿਸ ਆਈ ਸੀ। ਉਹਨਾਂ ਨੇ ਕਿਹਾ ਇੰਸਪੈਕਟਰ ਮੋਹਰ ਸਿੰਘ ਸੀ ਉੱਥੇ ਮਹਿਲ ਕਲਾਂ, ਤਾਂ ਉਹ ਯੂਨੀਅਨ 'ਚ ਗਏ ਕਿ ਉਹਨਾਂ ਨੂੰ ਭੇਜ। ਅਰਸ਼ਦੀਪ ਸਿੰਘ ਯੂਨੀਅਨ 'ਚ ਗਏ, ਉਹਨਾਂ ਦੇ ਕੋਲ ਬੈਠੇ, ਉਹਨਾਂ ਨੇ ਗੱਲਬਾਤ ਕੀਤੀ। ਉਸ ਟਾਈਮ ਉਹਨਾਂ ਨੂੰ ਕੋਈ ਮਤਲਬ ਕਿ ਅਰੈਸਟ ਨਹੀਂ ਕੀਤਾ, ਕੋਈ ਸਵਾਲ ਨਹੀਂ ਕੀਤਾ ਕਿ ਤੁਸੀਂ ਬਰਨਾਲੇ ਯੂਨੀਅਨ 'ਚ ਗਏ ਹੋ, ਕੋਈ ਮਤਲਬ ਕਿ ਉੱਥੇ ਗੱਲਬਾਤ ਨਹੀਂ ਹੋਈ। ਜੀ ਪੁਲਿਸ ਕਹਿੰਦੀ ਹੈ ਭਗੌੜਾ ਸੀ, ਉਹ ਬਰਨਾਲੇ ਉਹਨਾਂ ਦੀ ਤਰੀਕ ਪੈਂਦੀ ਸੀ, ਪਟਿਆਲੇ ਤਰੀਕ ਪੈਂਦੀ ਸੀ, ਫਤਿਹਗੜ੍ਹ ਸਾਹਿਬ ਤਰੀਕ ਪੈਂਦੀ ਸੀ, ਲੁਧਿਆਣੇ ਤਰੀਕ ਪੈਂਦੀ ਸੀ, ਜਗਰਾਉਂ ਤਰੀਕ ਪੈਂਦੀ ਸੀ। ਕਿਉਂ ਨਹੀਂ ਸੀ ਫੜੇ ਉਹ?
ਉਹਨਾਂ ਨੇ ਕੋਈ ਐਪਲੀਕੇਸ਼ਨ ਲੱਗੀ ਹੋਊ ਜਾਂ ਉਹ ਤਰੀਕ ਤੋਂ ਐਬਸੈਂਟ ਹੋਏ ਹੋਣ। ਫਿਰ ਜਿਸ ਦਿਨ ਭਗੌੜਾ ਸੀ, ਮੇਰੇ ਕੋਲ ਉਹ ਵੀਡੀਓ ਵੀ ਹੈਗੀ ਆ, ਜਿਸ ਦਿਨ ਯੂਨੀਅਨ ਦੇ ਵਿੱਚ ਡੀਐਸਪੀ ਪ੍ਰਗਿਆ ਜੈਨ ਦੇ ਆਫਿਸ ਦੀ ਗੱਲ ਚੱਲਦੀ ਸੀ, ਮੈਂ ਉਹ ਵੀਡੀਓ ਦਿਖਾ ਸਕਦੀ ਆ ਕਿ ਉੱਥੇ ਉਹ ਬੈਠੇ ਸੀ। ਫਿਰ ਉੱਥੇ ਕਿਉਂ ਨਹੀਂ ਫੜੇ ਉਹਨੂੰ? ਦਿਨ ਰਾਤ ਉਹ ਘਰ ਆਉਂਦੇ ਸੀ, ਉਦੋਂ ਕਿਉਂ ਨਹੀਂ ਫੜੇ ਉਹ? ਫਿਰ ਇਸ ਗੱਲ ਨੂੰ ਲੈ ਕੇ 3 ਵਜੇ 9 ਮਾਰਚ ਦੀ ਗੱਲ ਹੈ, 3 ਵਜੇ ਪੁਲਿਸ ਸਾਡੇ ਘਰ ਆਈ, ਮੈਂ, ਮੇਰੀ ਬੇਟੀ ਤੇ ਮੇਰੇ ਹਸਬੈਂਡ। ਉਸ ਤੋਂ ਬਾਅਦ ਇੱਕ ਬਕਾਇਦਾ ਕਾਂਗਰਸ ਦੇ ਪ੍ਰਧਾਨ ਨੇ, ਮੈਂ ਸਮਥਿੰਗ ਉਹ ਜਾਣਦੀ ਨਹੀਂ ਕੌਣ ਨੇ, ਉਹ ਬੰਨੀ ਖਹਿਰਾ ਨੇ ਕਾਂਗਰਸ ਦੀ, ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਸਾਡੇ ਘਰ, ਤੇ ਉਹਨਾਂ ਨੇ ਫੋਨ ਕੀਤਾ ਮੇਰੇ ਹਸਬੈਂਡ ਨੂੰ, ਇਦਾਂ ਕਰਕੇ ਮੀਟਿੰਗ ਆ ਵੀ 14 ਮਾਰਚ ਨੂੰ ਕੋਈ ਰੈਲੀ ਆ ਵੀ ਤੁਸੀਂ ਆਪਣਾ ਯੂਥ ਦਾ ਇਕੱਠ ਦਿਖਾਓ। ਤੇ ਮੇਰੇ ਹਸਬੈਂਡ ਹਲੇ ਆਏ ਨੂੰ 10 ਮਿੰਟ ਹੀ ਹੋਏ ਸੀ। ਬੰਨੀ ਖਹਿਰਾ ਤੇ ਨਾਲ ਜਿਹੜੇ ਉਹਦੇ ਬੰਦੇ ਸੀ ਉਹ ਸਾਡੇ ਘਰ ਬੈਠੇ ਸੀ। ਜਦੋਂ ਸਾਡੇ ਘਰ ਬੈਠੇ ਸੀ ਤਾਂ ਅਚਾਨਕ ਪੁਲਿਸ ਆਈ। ਪੁਲਿਸ ਦੇ ਵਿੱਚ ਮੇਨ ਗੇਟ, ਮੈਂ, ਮੇਰੀ ਬੇਟੀ, ਅਸੀਂ ਬੈਂਕ ਜਾਣਾ ਸੀ, ਕਿਸੇ ਕੰਮ ਲਈ ਬਾਹਰ ਜਾਣਾ ਸੀ, ਤਾਂ ਮੈਂ ਗੇਟ 'ਚ ਖੜੀ। ਤਾਂ ਜਦੋਂ ਮੈਂ ਦੇਖਿਆ ਨਾ, ਤੇ ਬਲਜੀਤ ਸਿੰਘ ਨੇ ਆਉਣ ਸਾਰ ਫਾਇਰਿੰਗ ਕੀਤੀ, ਤੇ ਮਤਲਬ ਕਿ ਬਹੁਤ ਬੁਰੀ ਤਰ੍ਹਾਂ ਗਾਲਾਂ ਕੱਢ ਰਹੇ ਸੀ, ਤੇ ਹੋਰ ਉਹਨਾਂ ਨਾਲ ਮੁਲਾਜ਼ਮ ਸੀ। ਉਸ ਟਾਈਮ ਨਾ ਉਹਨਾਂ ਨਾਲ ਕੋਈ ਲੇਡੀ ਪੁਲਿਸ ਸੀ, ਨਾ ਉਸ ਟਾਈਮ ਸਾਡੀ ਮਹਿਲ ਕਲਾਂ ਦਾ ਕੋਈ ਪੁਲਿਸ ਮੁਲਾਜ਼ਮ ਸੀ, ਸਿਰਫ ਓਨਲੀ ਬਰਨਾਲਾ ਸੀਏ ਸਟਾਫ ਦੇ ਮੁਲਾਜ਼ਮ ਸੀ। ਤੇ ਮੇਰੇ ਹਸਬੈਂਡ ਨੂੰ ਪੁੱਛਿਆ ਵੀ ਇਦਾਂ ਕਰਕੇ ਵੀ ਇਦਾਂ ਆਉਣ, ਕਿਉਂਕਿ ਉਹਨਾਂ ਨੇ ਪੁੱਛਣ ਦਾ ਤਾਂ ਮੌਕਾ ਹੀ ਨਹੀਂ ਦਿੱਤਾ। ਨਾ ਉਹਨਾਂ ਕੋਲੇ ਕੋਈ ਵਾਰੰਟ ਸੀ, ਨਾ ਉਹਨਾਂ ਕੋਲੇ ਕੋਈ ਕੁਛ ਇਦਾਂ ਹੈ ਹੀ ਨਹੀਂ ਸੀ ਵੀ ਜਿਹਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕਰਦੇ। ਮਹਿਲ ਕਲਾਂ ਪੁਲਿਸ ਨੂੰ ਉਹਨਾਂ ਜਾਣੂ ਕਰਵਾਇਆ ਕਿ ਉਹ ਰੇਡ ਕਰਨਾ? ਬਿਲਕੁਲ ਵੀ ਨਹੀਂ। ਮਹਿਲ ਕਲਾਂ ਦਾ ਇੱਕ ਵੀ ਮੁਲਾਜ਼ਮ ਸਾਡੇ ਵਿੱਚ ਨਹੀਂ ਸੀ ਹੈਗਾ, ਸਾਡੇ ਘਰ ਇੱਕ ਵੀ ਮੁਲਾਜ਼ਮ ਨਹੀਂ ਸੀ ਆਇਆ ਮਹਿਲ ਕਲਾਂ ਪੁਲਿਸ ਦਾ। ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ। ਮੈਂ ਵੀ 2-3 ਵਾਰ ਪੁੱਛਿਆ ਕਿ ਪਲੀਜ਼ ਵੀਰ ਜੀ ਤੁਸੀਂ ਆਰਾਮ ਨਾਲ ਦੇਖ ਲਓ ਵੀ ਇਹ ਕੋਈ ਭਗੌੜਾ ਨਹੀਂ ਹੈਗਾ, ਤੁਸੀਂ ਆਰਾਮ ਨਾਲ ਗੱਲ ਕਰੋ, ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਤੇ ਮਤਲਬ ਕਿ ਫਾਇਰ ਸ਼ੁਰੂ ਕੀਤੇ ਆ, ਤੇ ਮੇਰੇ ਨਾਲ ਵੀ ਮਤਲਬ ਕਿ ਭੱਦੀ ਸ਼ਬਦਾਵਲੀ ਵਰਤੀ ਆ ਕਈ ਮੁਲਾਜ਼ਮਾਂ ਨੇ। ਤੇ ਵਿੱਚ ਮੈਂ ਇੰਸਪੈਕਟਰ ਬਲਜੀਤ ਸਿੰਘ ਦਾ ਵੀ ਨਾਮ ਲਊਂ ਕਿ ਉਹਨਾਂ ਨੇ ਵੀ ਮੇਰੇ ਨਾਲ ਗਲਤ ਬਿਹੇਵ ਨਾਲ ਗੱਲ ਕੀਤੀ ਹੈ, ਜਦ ਕਿ ਮੇਰਾ ਕੋਈ ਰੋਲ ਨਹੀਂ ਸੀ। ਅਸੀਂ ਆਰਾਮ ਨਾਲ ਜ਼ਿੰਦਗੀ ਜੀ ਰਹੇ ਸੀ। ਮੈਂ ਨਹੀਂ ਜਾਣਦੀ ਸਵਰਗ ਕਿੱਥੇ ਆ, ਪਰ ਅੱਜ ਦੀ ਘੜੀ ਮੈਂ, ਮੇਰੀ ਬੇਟੀ, ਮੇਰੇ ਹਸਬੈਂਡ ਇੱਕ ਸਵਰਗ ਦੀ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਸੀ। ਜੇਕਰ ਉਹ ਪਹਿਲਾਂ, ਮੈਂ ਮੰਨਦੀ ਹਾਂ ਕਿ ਹਾਂ ਉਹ ਲੜਾਈ ਕਰਦੇ ਸੀ, ਜਾਂਦੇ ਸੀ, ਆਉਂਦੇ ਸੀ, ਪਰ 1.5 ਸਾਲ ਤੋਂ ਇੱਕ ਉਹ ਆਮ ਇਨਸਾਨ ਸੁਧਰਨਾ ਚਾਹੁੰਦੇ ਸੀ ਆਪਣੇ ਪਰਿਵਾਰ ਲਈ, ਕਿਉਂਕਿ ਉਹਨੂੰ ਵੀ ਲੱਗਦਾ ਸੀ ਕਿ ਮੈਂ ਕੁਝ ਵੀ ਨਹੀਂ ਪਾਇਆ ਜਾਂ ਮੈਂ ਗਵਾਇਆ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰੇਡ ਕੀਤੀ, ਤੇ ਮੈਂ ਬਕਾਇਦਾ ਕੰਟਰੋਲਰ ਨੂੰ ਬਰਨਾਲੇ ਫੋਨ ਵੀ ਕੀਤਾ ਵੀ ਇਦਾਂ ਕਰਕੇ ਸਾਡੇ ਘਰ ਮੁਲਾਜ਼ਮ ਆਏ ਨੇ, ਬਹੁਤ ਗਲਤ ਮਤਲਬ ਕਿ ਕਰ ਰਹੇ ਨੇ। ਉਹ ਕਹਿੰਦੇ ਤੁਹਾਡੇ ਮਹਿਲ ਕਲਾਂ ਦੀ ਪੁਲਿਸ ਹੈਗੀ ਹੈ? ਮੈਂ ਕਿਹਾ ਨਹੀਂ। ਉਸ ਤੋਂ ਬਾਅਦ ਮੇਰੇ ਹਸਬੈਂਡ, ਕੋਈ ਉਹਨਾਂ ਨੇ ਮਤਲਬ ਕਿ ਫਾਇਰ ਨਹੀਂ ਕੀਤਾ, ਕੁਛ ਨਹੀਂ ਕੀਤਾ। ਸਾਡੇ ਮਗਰ ਖੇਤਾਂ ਦੇ ਵਿੱਚ ਗੇਟ ਆ, ਉੱਥੋਂ ਦੀ ਲੰਘ ਕੇ ਸਾਰੇ ਭੱਜ ਗਏ, ਮਤਲਬ ਘਰ ਕੋਈ ਵੀ ਨਹੀਂ ਸੀ ਉਹਨਾਂ ਨੇ ਫੜਿਆ। ਕਿਸੇ ਦੇ ਘਰੋਂ ਉਹਨਾਂ ਨੂੰ, ਅਰਸ਼ਦੀਪ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਜਦੋਂ 3 ਵਜੇ ਦੀ ਪੁਲਿਸ ਆਈ, ਸਾਡੇ ਘਰੋਂ 8:30 ਵਜੇ ਗਈ ਆ। ਜਦੋਂ 8:30 ਵਜੇ ਗਏ, ਮੈਂ ਨਹੀਂ, ਕੋਈ ਲੇਡੀ ਕਾਂਸਟੇਬਲ ਨਹੀਂ ਸੀ, ਕੋਈ ਵੀ ਨਹੀਂ ਸੀ ਹੈਗਾ। ਈਵਨ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਮੇਰੇ ਰਿਸ਼ਤੇਦਾਰ ਮੇਰੇ ਗੇਟ ਦੇ ਸਾਹਮਣੇ ਖੜੇ ਸੀ। ਮੈਂ ਮੀਡੀਆ ਨੂੰ ਵੀ ਫੋਨ ਕੀਤਾ, ਪੱਤਰਕਾਰ ਵੀ ਉਸ ਟਾਈਮ ਮੌਜੂਦ ਸੀ, ਪਰ ਕਿਸੇ ਵੀ ਮੁਲਾਜ਼ਮ ਨੂੰ ਅੰਦਰ, ਸਾਡੇ ਰਿਸ਼ਤੇਦਾਰ ਨੂੰ ਮੁਲਾਜ਼ਮਾਂ ਨੇ ਅੰਦਰ ਨਹੀਂ ਆਉਣ ਦਿੱਤਾ। ਤੇ ਮੈਂ ਹਾਰਟ ਦੀ ਪੇਸ਼ੈਂਟ ਆ, ਮੈਂ ਬਹੁਤ ਰਿਕਵੈਸਟ ਵੀ ਕੀਤੀ ਕਿ ਮੈਂ ਸਿੱਕਾ, ਮੇਰੀ ਬੇਟੀ ਛੋਟੀ ਹੈ, ਪਲੀਜ਼ ਸਾਡੇ ਤੇ ਰਹਿਮ ਕਰੋ, ਮੇਰੇ ਰਿਸ਼ਤੇਦਾਰਾਂ ਨੂੰ ਅੰਦਰ ਆਉਣ ਦਿਓ, ਪਰ ਉਹਨਾਂ ਨੇ ਇੱਕ ਵੀ ਮਤਲਬ ਕਿ ਮੇਰੀ ਗੱਲ ਨਹੀਂ ਸੁਣੀ। ਜਦੋਂ ਦੁਬਾਰਾ 6:30 ਵਜੇ ਅਰਸ਼ਦੀਪ ਨੂੰ ਸਾਡੇ ਘਰ ਲੈ ਕੇ ਆਈ ਮੁਲਾਜ਼ਮ, ਤੇ ਉਸ ਟਾਈਮ ਬਲਜੀਤ ਸਿੰਘ ਵਿੱਚ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਹਾਂਜੀ ਦੱਸੋ ਵੀ ਤੁਸੀਂ ਕਿਉਂ ਇਹਨੂੰ ਅਰੈਸਟ ਕੀਤਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜੋ ਸਾਡੇ ਘਰ ਮੁੰਡੇ ਖੜੇ ਸੀ, ਉਹਨਾਂ ਨੇ ਇੱਕੋ ਹੀ ਗੱਲ ਬਲਜੀਤ ਸਿੰਘ ਨੇ ਕਹੀ ਆ ਕਿ ਤੁਸੀਂ ਪਰੇ ਹੋ ਜੇ, ਡਰੱਗ ਦਾ ਮਾਮਲਾ, ਕਿਉਂਕਿ ਇਹ ਸਾਰੀ ਜਾਣ ਬੁੱਝ ਕੇ ਕੀਤੀ ਹੋਈ ਸਾਜ਼ਿਸ਼ ਸੀ। ਇੱਦਾਂ ਕੋਈ ਨਹੀਂ ਹੈਗਾ ਕਿ ਉਹ ਇਹ ਕੰਮ ਕਰਦੇ ਸੀ। ਸਾਡਾ ਸਾਰਾ ਪਿੰਡ ਜਾਂ ਸਾਡੀਆਂ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਡੇ ਆਲੇ ਦੁਆਲੇ ਦੇ ਸਰਪੰਚ ਇਸ ਗੱਲ ਤੋਂ ਮਤਲਬ ਕਿ ਜਾਣੂ ਨੇ ਕਿ ਉਹ ਇੱਦਾਂ ਦਾ ਕੰਮ ਨਾ ਕਰਦਾ ਸੀ, ਨਾ ਉਹ ਕਿਸੇ ਦੀ ਸਪੋਰਟ ਕਰਦਾ ਸੀ। ਪੰਜਾਬ ਪੁਲਿਸ ਦਾ ਕਹਿਣਾ ਕਿ ਬਿੱਟੂ ਚਿੱਟਾ ਬਰਾਮਦ ਕੀਤਾ ਗਿਆ ਜੀ। ਬਰਾਮਦ ਕੀਤਾ ਸਰ, ਉਹ ਬਰਾਮਦ ਕੀਤਾ ਕਿੱਥੋਂ ਕੀਤਾ? ਉਹ ਘਰੋਂ ਤਾਂ ਉਹਨਾਂ ਨੇ ਕੁਛ ਨਹੀਂ ਕੀਤਾ। ਘਰੋਂ ਜਦੋਂ 6:30 ਵਜੇ ਲੈ ਕੇ ਆਏ ਨੇ, 30 ਮੁਲਾਜ਼ਮ ਸੀ ਉਹਨਾਂ ਨਾਲ। ਮੈਂ ਆਪਣੇ ਇੱਕ ਬੱਚੇ ਦੀ ਸਹੁੰ ਖਾਂਦੀ ਹਾਂ ਤੇ ਗੁਰਦੁਆਰੇ ਚੜ੍ਹਦੀ ਹਾਂ, ਜੇ ਮੈਂ ਇੱਕ ਵੀ ਲਫ਼ਜ਼ ਝੂਠ ਬੋਲੂੰਗੀ ਜਾਂ ਮੇਰਾ ਕੋਈ ਬੈਰ ਨਹੀਂ ਪੰਜਾਬ ਪੁਲਿਸ ਨਾਲ ਜਾਂ ਬਰਨਾਲਾ ਪੁਲਿਸ ਨਾਲ, ਪਰ ਮੈਂ ਜੋ ਕਹਿੰਦੀ ਹਾਂ ਮੈਂ ਸੱਚ ਕਹਿੰਦੀ ਹਾਂ ਕਿ 6:30 ਵਜੇ ਲੈ ਕੇ ਆਉਂਦੇ, ਮੈਨੂੰ ਕਹਿੰਦੇ ਤੁਸੀਂ ਚਾਹ ਬਣਾ ਦਿਓ ਇਹਨੂੰ, ਅਰਸ਼ਦੀਪ ਨੂੰ। ਮੈਂ ਚਾਹ ਬਣਾਉਣ ਗਈ, ਸਾਡੇ ਗੇਟ ਖੋਲ੍ਹਿਆ, ਉਹਨਾਂ 'ਚੋਂ ਇੱਕ ਮੁਲਾਜ਼ਮ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਮੈਨੂੰ ਕਹਿੰਦਾ ਮੈਂ ਤੁਹਾਡੇ ਪਿੰਡ ਦਾ, ਤੇ ਉਸ ਤੋਂ 10 ਮਿੰਟਾਂ ਬਾਅਦ 15 ਮੁਲਾਜ਼ਮ ਸਾਡੇ ਖੇਤਾਂ ਵੱਲ ਦੀ ਪਿੱਛੇ ਨੂੰ ਚਲੇ ਗਏ।
ਉਸ ਤੋਂ ਬਾਅਦ ਉਹ ਇੱਕ ਮੁਲਾਜ਼ਮ ਆਇਆ, ਉਹਦੇ ਹੱਥ ਵਿੱਚ ਐਵੇਂ ਡੰਡਾ ਸੀ ਤੇ ਸਾਈਡ ਤੇ ਦੋਨੇ ਪਿਸਟਲ ਟੰਗੇ ਹੋਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀਰੇ ਹੁਣੀ ਤਾਂ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪਿੰਡ ਦਾ, ਤੁਸੀਂ ਇਹ ਕੀ ਕੀਤਾ? ਮੈਂ ਬਲਜੀਤ ਸਰ ਨੂੰ ਵੀ ਇਹ ਗੱਲ ਕਹੀ ਆ ਕਿ ਤੁਸੀਂ ਹੈ ਤਾਂ ਇਨਸਾਨ, ਅੱਜ ਤੁਹਾਡੇ ਵਰਦੀਆਂ ਪਾਈਆਂ ਵੀਆਂ ਨੇ, ਤੁਸੀਂ ਰੱਬ ਨਹੀਂ ਹੈਗੇ, ਤੁਸੀਂ ਇੰਨਾ ਧੱਕਾ ਕਿਉਂ ਕਰ ਰਹੇ ਹੋ? ਮੈਂ ਅਰਸ਼ਦੀਪ ਨੂੰ ਪੁੱਛਿਆ ਵੀ ਇਹ ਪਿਸਟਲ ਕਿੱਥੋਂ ਆਏ ਨੇ, ਪਰ ਉਹਨਾਂ ਨੇ ਮੈਨੂੰ ਮਿਲਣ ਨਹੀਂ ਦਿੱਤਾ। ਮੈਂ ਬਹੁਤ ਜ਼ੋਰ ਦੀ ਤਾਕੀ ਖੋਲ ਕੇ ਉਹਨਾਂ ਨੂੰ ਪੁੱਛਿਆ ਕਿ ਕਿੱਥੋਂ ਲਏ ਆ, ਕਿ ਤੁਹਾਡੇ ਕੋਲ ਹੈਗੇ ਸੀ? ਕਿਉਂਕਿ ਮੈਂ ਘਰ 'ਚ ਰਹਿੰਦੀ ਹਾਂ, ਮੈਨੂੰ ਪਤਾ ਉਹਨਾਂ ਕੋਲ ਕੀ ਹੈ ਸੀ ਕੀ ਨਹੀਂ ਹੈ ਸੀ। ਮੈਂ ਇਹ ਨਹੀਂ ਕਹਿੰਦੀ ਸੀ ਕਿ ਉਹ ਦੁੱਧ ਦੇ ਧੋਤੇ ਸੀ, ਪਹਿਲਾਂ ਚਲੋ ਜੋ ਉਹਨਾਂ ਨੇ ਹੋ ਗਿਆ ਠੀਕ ਆ, ਪਰ 1.5 ਸਾਲ ਤੋਂ ਇੱਕ ਉਹ ਇੰਨੇ ਚੰਗੇ ਇਨਸਾਨ ਬਣੇ ਹੋਏ ਸੀ ਨਾ ਕਿ ਉਹ ਹਰ ਇੱਕ ਦਾ ਦੁੱਖ ਸੁੱਖ ਸੁਣਦੇ ਸੀ। ਜਦੋਂ ਮੇਰੀ ਉਹ ਗੱਲ ਨਹੀਂ ਸੁਣੀ, ਉਹ ਕਹਿੰਦੇ ਹੁਣ ਇਹ ਮੁਕਾਬਲਾ ਦਿਖਾਉਣਗੇ ਵੀ ਅਰਸ਼ਦੀਪ ਨੇ ਅੰਦਰੋਂ ਚਲਾਇਆ। ਤੁਸੀਂ ਸੋਚੋ, ਇੱਕ ਪੁਲਿਸ ਮੁਲਾਜ਼ਮ ਆਉਂਦੇ ਨੇ ਇੱਕਦਮ, ਕੀ ਉਹ ਚਿੱਟਾ ਲੈ ਕੇ ਭੱਜੂਗਾ ਜਾਂ ਉਹ ਅਸਲਾ ਲੈ ਕੇ ਭੱਜੂਗਾ ਜਾਂ ਉਹ ਪੁਲਿਸ ਦੇ ਫਾਇਰ ਕਰਕੇ ਮਾਰੂਗਾ? ਕੀ ਕਰੂਗਾ ਉਹ ਇਨਸਾਨ? ਉਹ ਆਪਦੀ ਜਾਨ ਬਚਾਉਣ ਲਈ ਖੇਤਾਂ 'ਚ ਭੱਜਿਆ ਕਿਸੇ ਵੱਲ। ਜਦੋਂ ਮੇਰੀ ਨਾ ਸੁਣੀ, ਉਸ ਤੋਂ ਬਾਅਦ ਮੈਂ ਘਰ 'ਚ ਜਦੋਂ ਉਹਨੂੰ ਲੈ ਕੇ ਗਏ, ਮੈਂ ਬੇਹੋਸ਼ ਹੋ ਕੇ ਡਿੱਗ ਗਈ ਤੇ ਮੇਰੀ ਬੇਟੀ ਨੇ ਬਹੁਤ ਰੋਂਦਿਆਂ ਕਿਹਾ, ਸਰ ਪਲੀਜ਼ ਮੇਰੇ ਡੈਡੀ ਨੂੰ 2 ਮਿੰਟ ਲਈ ਮੰਮਾ ਨੂੰ ਮਿਲਣ ਦੇ ਦਿਓ। ਮੇਰੀ ਕੋਈ ਗੱਲ ਨਹੀਂ ਸੁਣੀ। ਬਸ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਲੈ ਗਏ ਤੇ ਦੂਸਰੇ ਦਿਨ ਮੈਂ ਜਦੋਂ CI 'ਚ ਗਈ, ਮੈਨੂੰ ਅਰਸ਼ਦੀਪ ਨੂੰ ਮਿਲਣ ਨਹੀਂ ਦਿੱਤਾ ਉਹਨਾਂ ਨੇ। ਮੈਂ ਦੁਬਾਰੇ SSP ਕੋਲ ਗਈ, ਉਹਨਾਂ ਨੇ ਵੀ ਮਿਲਣ ਤੋਂ ਇਨਕਾਰ ਦਿੱਤਾ ਤੇ ਮੈਨੂੰ ਤੀਜੇ ਦਿਨ ਪਤਾ ਲੱਗਿਆ ਕਿ ਇਹਨਾਂ ਤੇ 290 ਗ੍ਰਾਮ ਨਸ਼ੀਲਾ ਪਾਊਡਰ ਪਾਇਆ ਗਿਆ, ਚਿੱਟਾ ਪਾਇਆ ਗਿਆ। ਤੁਸੀਂ ਇਸ SSP ਸਾਹਿਬ ਨੂੰ ਤੁਸੀਂ ਜਾਣੂ ਕਰਵਾਇਆ, ਇਹਨੂੰ ਮਿਲੇ ਪਰਿਵਾਰ? ਮੈਂ ਗਈ ਸੀ ਮਿਲਣ ਉਹਨਾਂ ਨੂੰ, ਮੈਂ CI 'ਚ ਵੀ ਗਈਆਂ, ਮੈਂ SSP ਕੋਲ ਵੀ ਗਈਆਂ, ਪਰ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਕਾਰਨ ਉਹਨਾਂ ਨੇ ਕੁਝ ਦੱਸਿਆ ਹੀ ਨਹੀਂ, ਇਹ ਕਹਿ ਦਿੱਤਾ ਕਿ ਮੈਂ ਨਹੀਂ ਮਿਲਣਾ ਬਸ। SSP ਸਾਹਿਬ ਮੈਂ ਹਾਂਜੀ, ਮੈਂ SSP ਕੋਲ ਕਿਉਂ ਗਈ? ਕਿਉਂਕਿ ਮੈਂ ਉਹਨਾਂ ਦੀਆਂ Facebook ਤੇ ਆਮ ਮੈਂ ਨਿਊਜ਼ ਸੁਣਦੀ ਸੀ ਕਿ ਮੈਨੂੰ ਲੱਗਿਆ ਬਹੁਤ ਚੰਗੇ ਇਨਸਾਨ ਨੇ, ਜੋ ਚੰਗੇ ਇਨਸਾਨ ਨੇ, ਬਹੁਤ ਚੰਗੇ ਇਨਸਾਨ ਨੇ। ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਜਦੋਂ ਉਹਨਾਂ ਨੇ ਖੁਦ ਦੇ ਬਿਆਨ ਸੀ ਕਿ ਜੇ ਕੋਈ ਪੁਲਿਸ ਤੁਹਾਡੇ ਨਾਲ ਧੱਕਾ ਕਰਦੀ ਹੈ ਨਾ, ਤੁਸੀਂ ਮੇਰੇ ਕੋਲ ਆਵੋ, ਮੈਂ ਤੁਹਾਡੀ ਸੁਣਾਂਗਾ। ਮੈਂ ਉਸ ਦਲੀਲ ਨੂੰ ਲੈ ਕੇ ਉਹਨਾਂ ਕੋਲ ਪੇਸ਼ ਹੋਈ ਕਿ ਪਲੀਜ਼ ਮੇਰੀ ਸੁਣੋ, ਮੇਰੀ ਬੇਟੀ ਹੈ, ਸਾਡਾ ਕੋਈ ਮਤਲਬ ਕਿ ਪਰਿਵਾਰ ਮੇਰੇ ਨਾਲ ਹੀ, ਸਾਰੀ ਟੋਟਲ ਫੈਮਿਲੀ ਬਾਹਰ ਹੈ। ਪੰਜਾਬ ਪੁਲਿਸ ਵੱਲੋਂ ਕੋਈ ਵੀ ਗੈਂਗ ਫੜਿਆ ਜਾਂਦਾ ਹੈ, ਐਨੀਵੇ ਕੋਈ ਵੀ ਚਾਹੇ ਕੋਈ ਮੁਲਜ਼ਮ ਫੜਿਆ ਜਾਂਦਾ, ਗੈਂਗ ਫੜਿਆ ਜਾਂਦਾ, ਉਹਦੀ ਕਾਨਫਰੰਸ ਕੀਤੀ ਜਾਂਦੀ ਹੈ। ਹਾਂਜੀ, ਬਿੱਟੂ ਦੀ ਕਾਨਫਰੰਸ ਕੀਤੀ ਸੀ? ਬਿਲਕੁਲ ਵੀ ਨਹੀਂ ਕੀਤੀ ਹੈਗੀ। ਜਦੋਂ ਮੈਂ 3 ਵਜੇ ਪਹਿਲਾਂ ਮੈਂ ਖੁਦ ਮੀਡੀਆ ਨੂੰ ਘਰ ਬੁਲਾਇਆ, ਘਰ ਬੁਲਾ ਕੇ ਮੈਂ ਇੰਟਰਵਿਊ ਮਤਲਬ ਕਿ ਆਪਦੀ ਸਪੀਚ ਦਿੱਤੀ, ਆਪਦਾ ਦੁੱਖ ਦੱਸਿਆ ਉਹਨਾਂ ਨੂੰ, ਹਨਾ। ਉਹਨਾਂ ਨੇ ਨਿਊਜ਼ ਵੀ ਦਿੱਤੀਆਂ ਅਖਬਾਰਾਂ 'ਚ। ਦੂਸਰੇ ਦਿਨ ਮੈਂ ਵੇਟ ਕੀਤੀ ਕਿ ਅੱਜ ਵੀ ਮੈਨੂੰ ਕੋਈ ਖਬਰ ਮਿਲੂਗੀ, ਕੋਈ ਪੁਲਿਸ ਕਾਨਫਰੰਸ ਕਰੂ। ਪਰ ਜੇ ਤੁਸੀਂ ਸੋਚੋ, ਇੱਕ ਬੰਦੇ ਤੋਂ ਉਹ ਫੜ ਲੈਂਦੇ ਨੇ, ਸਾਈਕਲ ਚੋਰੀ ਦਾ ਫੜ ਲੈਂਦੇ, ਮੋਟਰਸਾਈਕਲ ਫੜ, ਉਹ ਵੀ 4 ਦਿਨ ਨਿਊਜ਼ 'ਚ ਆਉਂਦੀ ਰਹਿੰਦੀ ਹੈ ਕਿ ਹਾਂਜੀ ਕਿ ਇਹਦੀ ਤਾਂ ਇਹ ਚੋਰੀ ਫੜ ਲਈ, ਇਹਦੀ ਆਹ ਕਰ ਲਈ, ਆਹ ਕਰ ਲਈ। ਜੇ ਅਰਸ਼ਦੀਪ ਤੋਂ 2 ਪਿਸਟਲ ਫੜੇ ਗਏ, ਚਿੱਟਾ ਫੜਿਆ, ਕਿਉਂ ਨਹੀਂ ਉਹਨਾਂ ਨੇ ਕਾਨਫਰੰਸ ਕੀਤੀ ਹੈਗੀ? ਉਹਨਾਂ ਦਾ ਫਰਜ਼ ਬਣਦਾ ਸੀ ਲੋਕਾਂ ਨੂੰ ਦੱਸਣ ਦਾ ਕਿ ਹਾਂ ਇਸ ਇਨਸਾਨ ਤੋਂ ਆ ਕੁਝ ਫੜਿਆ ਸੀ। ਜਾਂਚ ਕੋਈ ਇਨਕੁਆਇਰੀ ਲਵਾਈ ਬਰਨਾਲੇ? ਹਾਂਜੀ, ਮੈਂ ਹਾਈ ਕੋਰਟ ਰਿਟ ਪਾਈ ਹੈ ਤੇ ਉਹਨਾਂ ਤੋਂ ਮੈਂ ਇਨਸਾਫ ਮੰਗਦੀ ਹਾਂ ਕਿ ਪਲੀਜ਼ ਤੁਸੀਂ ਸੱਚ ਦਾ ਸੱਚ ਤੇ ਝੂਠ ਦਾ ਝੂਠ ਕੱਢੋ ਬਸ। ਤੇ ਤੁਹਾਡੇ ਨਾਲ ਹੁਣ ਪਿੰਡ ਦੇ ਪੰਚਾਇਤ ਕਿਹੜੇ ਮੋਹਤਰ ਬੰਦੇ ਆਏ ਨੇ? ਹਾਂਜੀ, ਸਾਡੇ ਸਾਰੇ ਪੰਚਾਇਤ ਮੈਂਬਰ ਆਏ ਨੇ, ਜਿਵੇਂ ਕਿ ਆਪਣੇ ਸਰਪੰਚ ਰਾਜਵਿੰਦਰ ਕੌਰ, ਉਹ ਆਏ ਸੀ ਮੇਰੇ ਨਾਲ ਜੀ, ਸਾਡੇ ਸਰਪੰਚ ਨੇ ਬਲੌਰ ਸਿੰਘ, ਉਹ ਆਏ ਨੇ, ਜ਼ਿਲ੍ਹਾ ਪਰਿਸ਼ਦ ਮੈਂਬਰ ਨੇ ਤੇ ਆਲੇ ਦੁਆਲੇ ਦੇ ਜਿਵੇਂ ਸਾਰੇ ਸਰਪੰਚ ਨੇ ਜੀ। ਜੇ ਹੁਣ ਤੁਹਾਨੂੰ ਇਨਸਾਫ ਨਾ ਮਿਲਿਆ ਪੰਜਾਬ ਪੁਲਿਸ ਵੱਲੋਂ, ਹਾਂਜੀ, ਮੈਂ ਤਾਂ ਤੁਸੀਂ ਕਿਸੇ ਨਾਲ ਛੱਡੋਗੇ? ਮੈਂ ਇਹੀ ਸੋਚੂੰਗੀ ਕਿ ਮੈਂ ਆਮ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਮਿਲੂੰਗੀ, ਮੈਂ ਉਹਨਾਂ ਨੂੰ ਸੱਚ ਸਾਬਤ ਕਰਨ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਜਾਊਂਗੀ। ਹਾਂਜੀ, ਕੀ ਨਾਮ ਤੁਹਾਡਾ? ਮੈਂ ਬਲੌਰ ਸਿੰਘ, ਸਰਪੰਚ ਮਹਿਲ ਕਲਾਂ ਜੀ। ਮਹਿਲ ਕਲਾਂ ਤੋਂ? ਹਾਂਜੀ। ਇੱਕ ਤੁਹਾਡੇ ਪਿੰਡ ਦੇ ਨੌਜਵਾਨ ਦੇ ਪਿੱਛੇ ਪੰਜਾਬ ਪੁਲਿਸ ਨੂੰ ਚਿੱਟਾ ਪਾਇਆ ਗਿਆ, ਉਹ 'ਚ ਕਿੰਨੀ ਸੱਚਾਈ ਹੈ? ਉਹ ਚਿੱਟਾ ਜਮਾ ਬਿਲਕੁਲ ਨਿਰਦੋਸ਼ ਹੈਗਾ। ਬਿੱਟੂ ਇਹ ਚਿੱਟੇ ਵਾਲਾ ਕੰਮ ਨਹੀਂ ਕਰਦਾ ਸੀ, ਉਹ ਪੁਲਿਸ ਨੇ ਜ਼ਬਰਦਸਤੀ ਉਹਦੇ ਤੇ ਪਾਇਆ। ਹਾਲਾਂਕਿ ਨਾਲੇ ਉਹਦੇ ਘਰ ਆ ਕੇ ਫਾਇਰਿੰਗ ਕਰੀ ਪੁਲਿਸ ਨੇ, ਨਾਲੇ ਜ਼ਬਰਦਸਤੀ ਉਹਦੇ ਤੇ ਚਿੱਟਾ ਪਾਇਆ। ਚਿੱਟਾ ਨਹੀਂ, ਫਾਇਰਿੰਗ ਕਿਹਨਾਂ ਵੱਲੋਂ ਕੀਤੀ ਗਈ? ਫਾਇਰਿੰਗ ਜਿਹੜੀ ਪੁਲਿਸ ਆਈ ਸੀ ਬਾਹਰੋਂ, ਜਿਵੇਂ ਪੰਜਾਬ ਪੁਲਿਸ ਜੀ, ਜਿਵੇਂ ਬਰਨਾਲੇ ਤੋਂ ਜਿਹੜੀ ਪੁਲਿਸ ਆਈ, ਉਹਨੇ ਫਾਇਰਿੰਗ ਵੀ ਕਰੀ ਤੇ ਬਾਅਦ 'ਚ ਖੇਤਾਂ 'ਚੋਂ ਲੱਭ ਕੇ ਉਹਦੇ ਤੇ ਕਹਿੰਦੇ ਵੀ ਚਿੱਟਾ ਪਾਇਆ। ਚਿੱਟਾ ਉਹਦੇ ਤੇ ਖੇਤ, ਉਹ ਚਿੱਟੇ ਵਾਲਾ ਕੰਮ ਨਹੀਂ ਕਰਦਾ, ਜੋ ਤਾਂ ਪਹਿਲਾਂ ਚਿੱਟੇ ਵਾਲਿਆਂ ਦੇ ਖਿਲਾਫ ਖੜਾ ਸੀਗਾ ਜੀ। ਉਹ ਨਸ਼ੇ ਨੁਸ਼ੇ ਦਾ ਕੋਈ ਕਾਰੋਬਾਰ ਨਹੀਂ ਹੈਗਾ ਜੀ, ਉਹਦਾ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਹੈਗਾ ਜੀ। ਉਹ ਜਿੰਨਾ ਕਿ ਸਾਡਾ ਵਰਤ ਪ੍ਰਤਾਪ ਰਿਹਾ ਉਹਦੇ ਨਾਲ ਕੋਈ ਨਸ਼ੇ ਦਾ ਕੋਈ। ਕਿੰਨਾ ਕੁ ਟਾਈਮ ਤੋਂ ਵਰਤਦਾ ਹੈ? ਸਾਡਾ ਵਰਤ ਪ੍ਰਤਾਪ ਆ ਜੀ 6-7 ਸਾਲ ਹੋ ਗਏ ਜੀ। ਕਿੰਨੀ ਸੱਚਾਈ ਹੈ? ਉਹ ਸੱਚਾਈ ਹੈ ਜੀ, ਤਕਰੀਬਨ 8-10 ਸਾਲ ਤੋਂ ਜਾਣਦੇ ਆ ਵੀ ਮਾੜੇ ਮੋਟੇ ਲੜਾਈ ਝਗੜੇ ਤਾਂ ਨੌਜਵਾਨ ਮੁੰਡਿਆਂ ਦੇ ਉੱਧਰੋਂ ਦੇ ਹੁੰਦੇ ਰਹਿੰਦੇ ਆ ਵੀ ਇਹ ਕੰਮ ਨਸ਼ੇ ਦੇ ਉਹ ਪਹਿਲਾਂ ਦੇ ਖਿਲਾਫ ਸੀਗਾ ਜੀ। ਉਹ ਜਿੱਥੇ ਤੱਕ ਉਹਨੂੰ ਜਾਣਦੇ ਆ, ਨਾ ਕੋਈ ਸ਼ਰਾਬ ਨਾ ਕੋਈ ਚਿੱਟਾ, ਇਹਦੇ ਜਗ੍ਹਾ ਉਲਟੀ ਖੜਦਾ ਸੀਗਾ ਜੀ। ਤੇ ਪਰਚਾ ਨਜਾਇਜ਼ ਕਿ ਜਾਇਜ਼ ਜੀ? ਮੇਰੇ ਹਿਸਾਬ ਤੋਂ ਬਿਲਕੁਲ ਨਹੀਂ ਜੀ, ਬਿਲਕੁਲ ਨਜਾਇਜ਼ ਆ ਜੀ ਇਹ। ਜਦੋਂ ਅੱਜ ਤੱਕ ਦੇਖਿਆ ਹੀ ਨਹੀਂ ਗਿਆ ਜੀ ਜਿਹੜਾ ਇਨਸਾਨ, ਫਿਰ ਉਹਦੇ ਤੇ ਕਿੱਥੋਂ ਪਤਾ ਜੀ। ਕੀ ਨਾਮ ਆਪਣਾ? ਮੇਰਾ ਨਾਮ ਜੀ ਰਿੰਕਾ ਕੁਤਬਾ ਬਾਮਣੀਆ, ਸੀਨੀਅਰ ਅਕਾਲੀ ਆਗੂ, ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਜੀ। ਮਹਿਲ ਕਲਾਂ ਤੋਂ? ਹਾਂਜੀ। ਇੱਕ ਤੁਹਾਡੇ ਮਹਿਲ ਕਲਾਂ ਨੌਜਵਾਨ ਹਾਂਜੀ ਯੂਥ ਦੇ ਉੱਪਰ ਚਿੱਟਾ
ਪੰਜਾਬ ਪੁਲਿਸ ਵੱਲੋਂ ਪਾਇਆ ਗਿਆ, ਇਹ 'ਚ ਕਿੰਨੀ ਕੁ ਸੱਚਾਈ ਆ? ਦੇਖੋ ਜੀ, ਜਿਹੜਾ ਇਹ ਨੌਜਵਾਨ ਆ ਸਾਡੇ ਅਰਸ਼ਦੀਪ ਸਿੰਘ ਬਿੱਟੂ, ਇਹ ਸਾਡੇ ਲੜਾਈ ਦੇ ਵਿੱਚ ਤਾਂ ਅਸੀਂ ਠੀਕ ਆ ਮੰਨਦੇ ਆ ਵੀ ਲੜਾਈਆਂ ਦੇ ਵਿੱਚ ਤਾਂ ਪਰਚੇ ਪੁਰਚੇ ਹੈਗੇ ਨੇ ਕਈ, ਉਹ ਤਾਂ ਚੱਲਦਾ ਰਹਿੰਦਾ ਵਾ ਨੌਜਵਾਨਾਂ ਦਾ। ਪਰ ਜਿਹੜਾ ਚਿੱਟੇ ਪ੍ਰਤੀ ਆ, ਮੈਂ ਸਮਝਦਾ ਕਿ ਇਹ ਇੱਕ ਬਹੁਤ ਹੀ ਬੇਬੁਨਿਆਦੀ ਤੇ ਝੂਠੀ ਗੱਲ ਆ। ਤੋ ਸਾਡੇ ਇਲਾਕੇ ਦੇ ਵਿੱਚ ਕੋਈ ਅਸੀਂ ਅੱਗੇ ਪਹਿਲਾਂ ਕੋਈ ਇਹੋ ਜੀ ਗੱਲ ਨਹੀਂ ਸੁਣੀ ਵੀ ਜਿਹਦੇ ਵਿੱਚ ਕੋਈ ਚਿੱਟਾ ਵੇਚਣ ਦੇ ਵਿੱਚ ਜਾਂ ਚਿੱਟੇ ਦੀ ਮਦਦ ਕੀਤੀ ਹੋਵੇ ਜਾਂ ਕਦੇ ਵੀ ਛਡਾਉਣ ਦੇ ਵਿੱਚ ਕੋਈ ਇਹਦਾ ਹੱਥ ਹੋਵੇ ਜਾਂ ਵੇਚਣ ਦੇ ਵਿੱਚ ਹੱਥ ਹੋਵੇ। ਮੈਂ ਸਮਝਦਾ ਇੱਕ ਬਿਲਕੁਲ ਇੱਕ ਝੂਠਾ ਜਿਹੜਾ ਪਰਚਾ ਇਹ ਦਰਜ ਕੀਤਾ ਗਿਆ ਪੁਲਿਸ ਵੱਲੋਂ, ਬਹੁਤ ਹੀ ਨਿੰਦਣਯੋਗ ਹੈ ਜੀ। ਅਸੀਂ ਉਹਨਾਂ ਬਾਰੇ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਜੀ ਵੀ ਜਿਹੜੇ ਬਾਈ ਬਿੱਟੂ ਆ, ਇਹਨਾਂ ਦਾ ਚਲੋ ਪਹਿਲਾਂ ਜਿਵੇਂ ਮੁੰਡਿਆਂ ਦੀਆਂ ਕੋਈ ਲੜਾਈਆਂ ਪੜ੍ਹਾਈਆਂ ਹੁੰਦੀਆਂ ਨੇ ਉਹਦੇ ਵਿੱਚ ਜ਼ਰੂਰ ਸੀਗੇ ਪਰਚੇ ਪੁਰਚੇ, ਪਰ ਹੁਣ 1.5-2 ਸਾਲ ਹੋ ਗਏ ਹੁਣ ਇਹ ਆਪਦੇ ਘਰ ਦੇ ਵਿੱਚ ਆਪਦੀ ਜਿਵੇਂ ਕਹਿੰਦੇ ਪਰਿਵਾਰਕ ਜ਼ਿੰਦਗੀ ਜੀ ਰਿਹਾ ਸੀਗਾ। ਤੇ ਬਾਕੀ ਉਦੋਂ ਬਾਅਦ ਲੋਕਾਂ ਨੇ ਇਹਨੂੰ ਘਰੇ ਆ ਕੇ ਟਰੱਕ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ। ਤੇ ਇਸ ਕਿੰਨੀ ਸੱਚਾਈ ਹੈ ਕਿ ਉਹ ਪਰਚਾ ਪਾਇਆ ਗਿਆ, ਨਜਾਇਜ਼ ਕਿ ਜਾਇਜ਼ ਹੈ? ਜਿਹੜੀ ਸਰ ਸੱਚਾਈ ਹੈ ਜੀ, ਅਸੀਂ ਤਾਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ, ਅੱਜ ਇੱਥੇ ਇਨਕੁਆਇਰੀ ਲਾਈ ਆ ਵੀ ਜਿਹੜਾ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਪਾਣੀ, ਉਹ ਛਾਣ ਕੇ ਮੂਹਰੇ ਆਉਣਾ ਚਾਹੀਦਾ। ਪਰ ਜਿਹੜੀ ਚਿੱਟੇ ਵਾਲੀ ਗੱਲ ਅਸੀਂ ਕਦੇ ਇਹ ਨਹੀਂ ਸੁਣਿਆ ਸੀਗਾ ਵੀ ਇਹ ਬੰਦਾ ਚਿੱਟਾ ਵੇਚਦਾ ਜਾਂ ਚਿੱਟੇ ਵਾਲਿਆਂ ਨਾਲ ਇਹਦੇ ਕੋਈ ਸੰਬੰਧ ਨੇ। ਚਲੋ ਜਿਹੜੀ ਕੋਈ ਨੌਜਵਾਨਾਂ ਵਿੱਚ ਮਾੜੀਆਂ ਮੋਟੀਆਂ ਲੜਾਈਆਂ ਪੜ੍ਹਾਈਆਂ ਹੁੰਦੀਆਂ ਉਹਦੇ ਜ਼ਰੂਰ ਸੀ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਦਾ ਇਨਸਾਫ ਕੀਤਾ ਜਾਵੇ, ਇਨਸਾਫ ਦਿੱਤਾ ਜਾਵੇ। ਅਰਸ਼ਦੀਪ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਸਾਡੇ ਬਲਾਕ ਮਹਿਲ ਕਲਾਂ ਤੋਂ ਸਾਰੇ ਜਿਨ੍ਹਾਂ ਦੇ ਪੰਚ ਸਰਪੰਚ ਨੇ, ਜ਼ਿੰਮੇਦਾਰ ਬੰਦੇ ਆ, ਚੇਅਰਮੈਨ ਸਾਡੇ ਸਾਰੇ ਹੀ ਆਏ ਨੇ, ਜਿਨ੍ਹਾਂ ਦੀ ਲਿਸਟ ਤੁਹਾਨੂੰ ਮੈਂ ਨਾਮ ਦੱਸ ਦਿੰਦਾ ਜੀ ਜਿਹੜੇ ਨਾਲ ਆਏ ਆ। ਬਲੌਰ ਸਿੰਘ ਸਰਪੰਚ ਮਹਿਲ ਕਲਾਂ ਤੋਂ ਜੋ ਸਾਡੇ ਸਰਪੰਚ ਨੇ ਮੌਜੂਦਾ, ਧਰਮਪਾਲ ਸਿੰਘ ਜੀ ਸਰਪੰਚ ਪੁੱਤਰ ਸਰਦਾਰਾ ਸਿੰਘ ਕਿਰਪਾਲੇਵਾਲ ਤੋਂ ਬੇਅੰਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮਹਿਲਕੌਰ ਤੋਂ, ਕੁਲਦੀਪ ਸਿੰਘ ਸਰਪੰਚ ਪੁੱਤਰ ਚਮਕੌਰ ਸਿੰਘ ਵਾਸੀ ਗੁਰਮਾ ਤੋਂ, ਮਨਜੀਤ ਕੌਰ ਸਰਪੰਚ ਸਾਡੇ ਵਾਸੀ ਕਲਾਲਾ ਤੋਂ, ਤੇ ਇਕਬਾਲ ਸਿੰਘ ਪੰਚ ਨੇ ਜਿਹੜੇ ਸਾਡੇ ਭਜਨ ਸਿੰਘ ਫਾਦਰ ਨੇ ਭਜਨ ਸਿੰਘ ਵਾਸੀ ਖਿਆਲੀ ਤੋਂ, ਤੇ ਜਸਵਿੰਦਰ ਸਿੰਘ ਨਾਜਰ ਸਿੰਘ ਵਾਸੀ ਖਿਆਲੀ ਤੋਂ, ਗੁਰਦੀਪ ਸਿੰਘ ਤਰਸੇਮ ਸਿੰਘ ਵਾਸੀ ਮਹਿਲ ਕਲਾਂ, ਜਸਵੀਰ ਸਿੰਘ ਪੁੱਤਰ ਦਲੀਪ ਸਿੰਘ ਖਿਆਲੀ ਤੋਂ ਸ਼ਮਸ਼ੇਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਹਿਲ ਕਲਾਂ ਤੋਂ, ਮਾਨ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਹਿਲ ਕਲਾਂ ਤੋਂ, ਰਕੇਸ਼ਪਾਲ ਪੁੱਤਰ ਮੋਹ ਲਾਲ ਵਾਸੀ ਮਹਿਲ ਕਲਾਂ ਤੋਂ, ਬਲਵੰਤ ਸਿੰਘ ਪੰਚ ਤੇਜਾ ਸਿੰਘ ਵਾਸੀ ਮਹਿਲਕੌਰ ਤੋਂ, ਤੇ ਸਰਮਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਹਿਲ ਕਲਾਂ, ਤੇ ਹੋਰ ਸਾਡੇ ਜਿੰਨੇ ਵੀ ਪੰਚ ਸਰਪੰਚ ਨੇ ਸਾਰੇ, ਜਿਵੇਂ ਕਿ ਜਸਵੰਤ ਸਿੰਘ ਜੌਲ ਜੀ ਪੰਡੋਰੀ ਸਰਪੰਚ, ਚੇਅਰਮੈਨ ਵੀ ਮਾਰਕੀਟ ਕਮੇਟੀ ਦੇ ਰੂਬਲ ਗਿੱਲ ਜੀ ਸਾਡੇ ਮਹਿਲਖੁਰ ਤੋਂ, ਹੋਰ ਸਾਡੇ ਜ਼ਿੰਮੇਦਾਰ ਬੰਦੇ ਜਿਹੜੇ ਕਿ ਸਾਰੇ ਇੱਥੇ ਆਏ ਸੀ। ਇਹ ਮੁਕੱਦਮਾ ਨੰਬਰ 30 ਹੈ, ਮਿਤੀ 9/3/2020 ਦਾ, 307 IPC 25 ਆਰਮ ਐਕਟ ਤੇ NDPC ਤਹਿਤ ਮਹਿਲ ਕਲਾਂ ਥਾਣੇ ਦਾ ਮੁਕੱਦਮਾ ਹੈ। ਅਰਸ਼ਦੀਪ ਸਿੰਘ ਬਿੱਟੂ ਤੇ 5 ਵਿਅਕਤੀਆਂ ਹੋਰ ਦੇ ਖਿਲਾਫ ਹੈ, ਜਿਹਦੀ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਕਿ ਵੀ ਜਿਹੜਾ ਤਫਤੀਸ਼ੀ ਅਫਸਰ ਬਦਲਿਆ ਜਾਵੇ, ਜਿਸ ਤੇ ਜਿਹੜੀ ਮਾਨਯੋਗ ਅਫਸਰ ਸਾਹਿਬਾਨ ਨੇ ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ ਜਿਹੜੀ ਅਗਲੀ ਤਫਤੀਸ਼ ਆ ਮੈਨੂੰ ਮਾਰਕ ਕੀਤੀ ਆ। ਮੈਂ ਹੁਣ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਜੋ ਇਹਦੇ ਵਿੱਚ ਫੈਕਟ ਹੋਵੇਗਾ ਉਹ ਔਨ ਫਾਈਲ ਲਿਆਂਦਾ ਜਾਵੇਗਾ ਤੇ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਜੀ ਸਰ, ਮਹਿਲਕਲਾਂ ਹਲਕੇ ਦੇ ਜਿਹੜਾ ਪ੍ਰਸੀਦ ਹੋ ਗਏ ਸਰਪੰਚ ਮੈਂਬਰ ਸਾਨੂੰ ਘਰ ਦੇ ਦਾ ਦੋਸ਼ ਹੈ ਕਿ ਜੋ ਬਿੱਟੂ ਦੇ ਪਰਚਾ ਪਾਇਆ ਗਿਆ ਚਿੱਟੇ ਦਾ ਉਹ ਨਜਾਇਜ਼ ਪਾਇਆ ਗਿਆ ਜੀ। ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਅਸੀਂ ਟੋਟਲੀ, ਜੋ ਸਾਰਾ ਹੈਗਾ ਜੋ ਇਹਨਾਂ ਡੂੰਘਾਈ ਨਾਲ ਘੋਖ ਕੀਤੀ ਜਾਊਗੀ, ਜੋ ਸੱਚਾਈ ਹੈ ਸਾਹਮਣੇ ਲਿਆਂਦੀ ਜਾਵੇਗੀ। ਦਾ ਨਿਊਜ਼ ਪੰਜਾਬ ਲਈ ਅਮਨਦੀਪ ਸਿੰਘ ਰਾਠੌਰ ਦੀ ਰਿਪੋਰਟ, ਬਰਨਾਲਾ।